ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਬਲਬੀਰ ਜੰਡੂ ਤੇ ਅੱਜ ਅਸੀਂ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਬਾਰੇ ਵਿੱਚ। ਜਿਹੜੇ ਕੇਂਦਰ ਸਰਕਾਰ ਨੇ ਉੱਥੇ ਨਵੇਂ ਫੈਸਲੇ ਲਏ ਹੈ ਔਰ ਦੂਸਰੇ ਪਾਸੇ ਜੰਮੂ ਕਸ਼ਮੀਰ ਦੀਆਂ ਪ੍ਰਮੁੱਖ 6 ਰਾਜਸੀ ਪਾਰਟੀਆਂ ਨੇ ਜਿਸ ਤਰ੍ਹਾਂ ਗੁਪਕਾਰ ਐਲਾਨਨਾਮਾ ਕੀਤਾ ਹੈਗਾ ਔਰ ਉਹਦੇ ਤੇ ਉਹਨਾਂ ਨੇ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਇਹ ਸਾਰੀ ਸਥਿਤੀ ਜਿਹੜੀ ਹੈ ਸਾਡੀ ਚਰਚਾ ਦਾ ਵਿਸ਼ਾ ਰਹੇਗੀ। ਇਸ ਚਰਚਾ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਚਰਨਜੀਤ ਜੀ। ਅਸੀਂ ਇਸ ਵਿਸ਼ੇ ਦੇ ਉੱਤੇ ਅੱਜ ਤੁਹਾਡੇ ਨਾਲ ਜਿਹੜੀ ਹੈ ਚਰਚਾ ਸਾਂਝੀ ਕਰਾਂਗੇ। ਜਿਸ ਤਰ੍ਹਾਂ ਅਸੀਂ ਦੇਖਿਆ ਕਿ 2019 ਦੇ ਵਿੱਚ 5 ਅਗਸਤ ਨੂੰ ਬਕਾਇਦਾ ਕੇਂਦਰ ਸਰਕਾਰ ਨੇ ਉਹਦੀ ਜਿਹੜਾ ਵਿਸ਼ੇਸ਼ ਦਰਜਾ ਸੀਗਾ ਧਾਰਾ 370 ਦੇ ਤਹਿਤ, ਧਾਰਾ 35A ਦੇ ਤਹਿਤ, ਉਸ ਨੂੰ ਖਤਮ ਕਰਕੇ ਉਸ ਸਾਰੀ ਸਟੇਟ ਨੂੰ, ਸਾਰੇ ਸੂਬੇ ਨੂੰ 2 ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ ਵੰਡ ਦਿੱਤਾ। ਇੱਕ ਜੰਮੂ ਕਸ਼ਮੀਰ ਤੇ ਦੂਸਰਾ ਲੱਦਾਖ। ਤੇ ਉਦੋਂ ਇਹ ਗੱਲ ਕਹੀ ਗਈ ਸੀ ਕਿ ਇਸ ਦੇ ਨਾਲ ਉੱਥੇ ਜਿਹੜਾ ਵਿਕਾਸ ਪਿਛਲੇ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀਗਾ ਉਸ ਸੂਬੇ ਦਾ ਵਿਕਾਸ ਹੋਏਗਾ, ਉਸ ਸੂਬੇ ਦੀ ਜਿਹੜੀ ਆਰਥਿਕਤਾ ਹੈ ਉਹ ਅੱਗੇ ਵਧੇਗੀ। ਪਰ ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ 15 ਮਹੀਨੇ ਦੇ ਵਿੱਚ ਉੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਵਾਪਰਿਆ, ਸਗੋਂ ਉੱਥੇ ਲੋਕਾਂ ਦਾ ਜੀਵਨ ਜਿਹੜਾ ਉਹ ਹੋਰ ਵੀ ਦੁੱਭਰ ਹੋਇਆ। ਜਦੋਂ ਕਿ ਉਹ ਜਿਹੜੀ ਸੂਬਾ ਸੀਗਾ, ਉਹ ਜਿਹੜਾ ਰਾਜ ਸੀਗਾ, ਉੱਥੋਂ ਦੀ ਅਰਥ ਵਿਵਸਥਾ ਸੀਗੀ ਜਿਹੜੀ ਉਹ ਬੜੇ ਆਪਣੇ ਤੌਰ 'ਤੇ ਜਿਹੜੀ ਹੈ ਖਾਸ ਕਰਕੇ ਟੂਰਿਜ਼ਮ ਨਾਲ ਜੁੜੀ ਹੋਈ ਸੀ, ਖੇਤੀ ਨਾਲ ਜੁੜੀ ਹੋਈ ਸੀ ਤੇ ਹੈਂਡੀਕ੍ਰਾਫਟ ਨਾਲ ਜੁੜੀ ਹੋਈ ਸੀ। ਤਾਂ ਉਹ ਕਈ ਸੂਬਿਆਂ ਦੇ ਮੁਕਾਬਲੇ ਬਿਹਤਰ ਸੀਗੀ ਉੱਥੇ ਲੋਕਾਂ ਦੀ ਜ਼ਿੰਦਗੀ। ਤੁਹਾਨੂੰ ਉੱਥੇ ਬਹੁਤ ਘੱਟ ਇੱਦਾਂ ਦੇ ਕੇਸ ਸੁਣਨ ਨੂੰ ਮਿਲੇ ਹੋਣਗੇ ਕਿ ਕਿਸੇ ਨੇ ਆਰਥਿਕ ਤੰਗੀ ਕਰਕੇ ਉੱਥੇ ਖੁਦਕੁਸ਼ੀ ਕੀਤੀ ਹੋਵੇ ਜਾਂ ਆਰਥਿਕ ਤੰਗੀ ਕਰਕੇ ਉੱਥੇ ਉਹ ਭੁੱਖਾ ਰਿਹਾ ਹੋਵੇ। ਸੋ ਇੱਕ ਪਾਸੇ ਤਾਂ ਸਥਿਤੀ ਇਹ ਹੈ। ਦੂਸਰੇ ਪਾਸੇ ਕੇਂਦਰ ਨੇ ਇਸ ਬਾਰੇ ਹੁਣ ਉੱਥੇ ਜਿਹੜਾ ਪਹਿਲਾ ਪ੍ਰਬੰਧ ਸੀਗਾ ਉਸ ਨੂੰ ਤੋੜ ਕੇ ਉਸ ਦੀ ਥਾਂ ਦੇ ਉੱਤੇ ਉੱਥੇ ਜ਼ਿਲ੍ਹਾ ਵਿਕਾਸ ਕੌਂਸਲਾਂ ਦੀ ਸਥਾਪਨਾ ਕਰਨ ਦਾ ਜਿਹੜਾ ਆਰਡੀਨੈਂਸ ਆ ਉਹ ਪਿਛਲੇ ਦਿਨਾਂ 'ਚ ਕੀਤਾ ਹੈਗਾ। ਔਰ ਉਸ ਦੇ ਨਾਲ ਉੱਥੇ ਜਿਹੜੀ ਹੈ ਬਲਾਕ ਲੈਵਲ 'ਤੇ ਇੱਕ ਉਸ ਤਰ੍ਹਾਂ ਦੀ ਹੀ ਕੌਂਸਲ ਹੋਏਗੀ ਜਿਸ ਦੀਆਂ 14 ਜਿਹੜੇ ਹੋਰ ਏਰੀਆ ਕੌਂਸਲਸ ਹੋਣਗੀਆਂ, ਜਿਸ ਦੇ ਨਾਲ ਉੱਥੋਂ ਦਾ ਜਿਹੜਾ ਪ੍ਰਬੰਧ ਹੈ ਉਸ ਨੂੰ ਚਲਾਇਆ ਜਾਏਗਾ। ਔਰ ਜਿਸ ਤਰ੍ਹਾਂ ਕਿ ਹਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿੱਚ ਉਪ ਰਾਜਪਾਲ ਹੁੰਦਾ ਹੈ, ਇਸ ਤਰ੍ਹਾਂ ਹੀ ਉੱਥੇ ਉਪ ਰਾਜਪਾਲ ਦੀ ਨਿਯੁਕਤੀ ਹੋਈ ਹੈਗੀ ਹੈ ਔਰ ਮਿਸਟਰ ਸਿਨਹਾ ਉੱਥੋਂ ਦੇ ਉਪ ਰਾਜਪਾਲ ਨੇ। ਇਹ ਸਾਰੀ ਸਥਿਤੀ ਦੇ ਨਾਲ ਅੱਜ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਉਹਦੇ ਵਿੱਚ ਕੇਂਦਰ ਸਰਕਾਰ ਨੇ ਉੱਥੇ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਡਿਮਾਰਕੇਸ਼ਨ ਕੀਤੀ ਹੈ। ਉਹ ਇੱਕ ਜਿਹੜੀ ਨਵੇਂ ਸਿਰੇ ਤੋਂ ਉੱਥੇ ਵੰਡ ਕੀਤੀ ਹੈ ਜ਼ਮੀਨ ਦੀ, ਜਿਹਦੇ ਵਿੱਚ 57,000 ਏਕੜ ਜਿਹੜੀ ਜ਼ਮੀਨ ਹੈ ਉਹ ਰੱਖੀ ਗਈ ਹੈ ਸਨਅਤ ਦੇ ਲਈ, ਸਿਹਤ ਦੇ ਲਈ ਤੇ ਸਿੱਖਿਆ ਦੇ ਖੇਤਰ ਦੇ ਲਈ। ਇਹ ਉਸ ਦੇ ਵਿੱਚ ਕੋਈ ਵੀ ਜਾ ਕੇ ਉੱਥੇ ਖਰੀਦ ਕੇ ਉਸ ਜ਼ਮੀਨ ਨੂੰ ਖੇਤੀ ਨਹੀਂ ਕਰ ਸਕਦਾ। ਸੋ ਇਹ ਸਾਰੀ ਸਥਿਤੀ ਜਿਹੜੀ ਪੈਦਾ ਹੋਈ ਹੈ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਔਰ ਇਸ ਚਰਚਾ ਦੇ ਵਿੱਚ ਅਸੀਂ ਇਹ ਸਾਰੀ ਸਥਿਤੀ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖਾਂਗੇ ਕਿ ਇਸ ਦੇ ਪਿੱਛੇ ਕੀ ਜਿਹੜੀ ਹੈ ਕੰਮ ਕਰ ਰਹੀ ਹੈ ਭਾਵਨਾ, ਉਹ ਵੀ ਤੁਹਾਡੇ ਸਾਹਮਣੇ ਆਏਗੀ। ਚਰਨਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਸਾਰੀ ਸਥਿਤੀ ਬਣੀ ਹੈਗੀ ਹੈ ਔਰ ਉੱਥੇ ਜਿਹੜਾ ਪਹਿਲਾਂ ਤਾਂ 1 ਸਾਲ ਉੱਥੋਂ ਦੇ ਰਾਜਸੀ ਆਗੂਆਂ ਨੂੰ ਨਜ਼ਰਬੰਦ ਰੱਖਿਆ ਗਿਆ। ਉਸ ਤੋਂ ਬਾਅਦ ਹੁਣ ਉਹ ਜਦੋਂ ਬਾਹਰ ਆਏ ਆ 3 ਮੁੱਖ ਮੰਤਰੀ ਉਹਦੇ ਸ਼ਾਮਲ ਹੈ, ਜਿਹੜੀ ਉਹਨਾਂ ਨੇ ਆਪਣੀ ਇੱਕ ਪੀਪਲਜ਼ ਗੱਠਜੋੜ ਬਣਾਇਆ ਜਿਹਦੇ ਵਿੱਚ ਨੈਸ਼ਨਲ ਕਾਨਫਰੰਸ ਹੈ, PDP ਹੈ, ਜਿਹੜਾ ਪੀਪਲਜ਼ ਇਹ ਮੂਵਮੈਂਟ ਹੈਗੀ ਹੈ, ਪੀਪਲਜ਼ ਕਾਨਫਰੰਸ ਹੈ, CPM ਹੈ। ਇਸ ਤਰ੍ਹਾਂ ਕਰਕੇ ਉਹਨਾਂ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਮੁੱਖ ਧਾਰਾ ਦੀਆਂ ਸੀ ਉਹਨਾਂ ਨੇ ਇੱਕ ਆਪਣਾ ਮੰਚ ਬਣਾ ਕੇ ਕੇਂਦਰ ਦੇ ਖਿਲਾਫ ਲੜਾਈ ਵਿੱਢਣ ਦਾ ਫੈਸਲਾ ਕੀਤਾ ਔਰ ਉਹਦੇ 'ਚੋਂ 370 ਧਾਰਾ ਬਹਾਲ ਕਰਨ ਦੀ ਮੰਗ ਕਰ ਰਹੇ। ਤਾਂ ਇਹ ਸਾਰੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਬਲਬੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ, ਸਾਰੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਸ਼ਮੀਰ ਦੇ ਵਿੱਚੋਂ ਧਾਰਾ 370 ਤੇ 35A ਨੂੰ ਮਨਸੂਖ ਕੀਤਿਆਂ ਜੀ। ਇਹ ਸਾਰੇ ਵਰਤਾਰੇ ਨੂੰ ਜੇ ਜਰਨਲੀ ਵੀ ਦੇਖੀਏ ਤਾਂ ਇਉਂ ਲੱਗਦਾ ਹੈ ਕਿ ਜਿਸ ਮਕਸਦ ਨੂੰ ਲੈ ਕੇ ਇਹ ਕੀਤਾ ਗਿਆ ਸੀ ਜਾਂ ਪ੍ਰਚਾਰਿਆ ਗਿਆ ਸੀ ਜੀ, ਇਹ ਵੀ ਬਾਕੀ ਦੇ ਕੇਂਦਰ ਸਰਕਾਰ ਦੇ ਫੈਸਲਿਆਂ ਵਾਂਗੂ ਇੱਕ ਜੁਮਲਾ ਹੀ ਸਾਬਤ ਹੋਇਆ ਹੈ ਜੀ। ਕਿਉਂਕਿ ਕਸ਼ਮੀਰ ਦੇ ਵਿੱਚ ਨਾ ਕੋਈ ਸਥਿਤੀ ਬਦਲੀ ਹੈ ਤੇ ਨਾ ਹੀ
ਜਿਹੜੇ ਟੀਚੇ ਪ੍ਰਾਪਤ ਕਰਨ ਦਾ ਢੰਡੋਰਾ ਪਿੱਟਿਆ ਗਿਆ ਸੀ ਜੀ ਜੀ ਉਹ ਟੀਚੇ ਹੀ ਪ੍ਰਾਪਤ ਹੋਏ ਨੇ। ਜੀ ਜੀ ਕਸ਼ਮੀਰ ਅੱਜ ਵੀ ਉਸੇ ਸਥਿਤੀ ਤੇ ਖੜਾ ਹੈ ਜੋ ਪਹਿਲਾਂ ਸੀ। ਜੀ ਜੀ ਸਗੋਂ ਇਸ ਦੇ ਵਿੱਚ ਜਿਹੜੀ ਮਾੜੀ ਗੱਲ ਹੋਈ ਹੈ ਕਿ ਜਿਹੜੇ ਕਸ਼ਮੀਰ ਦੇ ਨੈਸ਼ਨਲਿਸਟ ਲੀਡਰ ਸੀਗੇ ਜਾਂ ਲੋਕ ਸੀ ਜਿਹੜੇ ਹਮੇਸ਼ਾ ਰਾਸ਼ਟਰਵਾਦੀ ਰਹੇ ਨੇ, ਉਹ ਵੀ ਐਲੀਨੇਟ ਹੋ ਗਏ। ਮਤਲਬ ਉਹ ਇੰਨੇ ਐਲੀਨੇਟ ਹੋ ਗਏ ਕਿ ਉਹਨਾਂ ਨੂੰ ਹੁਣ ਵੱਖਵਾਦੀ ਬੋਲੀਆਂ ਬੋਲਣ ਲਈ ਮਜਬੂਰ ਹੋਣਾ ਪੈ ਰਿਹਾ ਜੀ। ਔਰ ਇਹ ਸਾਰੇ ਜਿਹੜਾ ਵਰਤਾਰਾ ਹੈ ਉਹਦੀ ਤਰਾਸਦੀ ਹੈ ਜੀ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਫਾਇਦਾ ਹੋਣ ਦੀ ਥਾਂ ਤੇ ਸਗੋਂ ਇਹਦਾ ਨੁਕਸਾਨ ਵੱਧ ਹੁੰਦਾ ਦਿਖ ਰਿਹਾ ਹੈ ਅੱਜ ਦੀ ਘੜੀ। ਸੋ ਕੱਲ੍ਹ ਨੂੰ ਕੀ ਸਥਿਤੀ ਦੀ ਜਿਹੜੀ ਹੈ ਰੂਪ ਲੈਂਦੀ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿੱਥੋਂ ਤੱਕ ਸਰਕਾਰ ਨੇ ਇੰਡਸਟਰੀ ਲਈ, ਐਜੂਕੇਸ਼ਨ ਲਈ ਤੇ ਹੈਲਥ ਜਿਹੜਾ ਸਿਸਟਮ ਹੈ, ਹੈਲਥ ਖੇਤਰ ਹੈ, ਹਸਪਤਾਲ ਵਗੈਰਾ ਖੋਲ੍ਹਣ ਲਈ ਇਹ ਜ਼ਮੀਨ ਦੇਣ ਦਾ ਜਿਹੜਾ 57,000 ਏਕੜ ਰੱਖੀ ਹੈ, ਇਹ 57,000 ਏਕੜ ਦਾ ਜਿਹੜਾ ਇਨੀਸ਼ੀਅਲ ਸ਼ੁਰੂਆਤੀ ਤੌਰ ਦੇ ਉੱਤੇ ਜਿਹੜਾ ਰਿਐਕਸ਼ਨ ਆਇਆ ਹੈ ਉਹ ਸ਼੍ਰੀ ਉਮਰ ਅਬਦੁੱਲਾ ਜੀ ਦਾ, ਜਿਹੜੇ ਸਾਬਕਾ ਮੁੱਖ ਮੰਤਰੀ ਵੀ ਨੇ ਤੇ ਨੈਸ਼ਨਲ ਕਾਨਫਰੰਸ ਦੇ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਦਾ ਆਇਆ ਕਿ ਇਹ ਇੱਕ ਕਿਸਮ ਨਾਲ ਕਿ ਜ਼ਮੀਨ ਜਿਹੜੀ ਸੇਲ ਤੇ ਲਾ ਦਿੱਤੀ ਹੈ। ਜੀ ਜੀ। ਔਰ ਇਹਦਾ ਇੰਪੈਕਟ ਜਿਹੜਾ ਆਮ ਲੋਕਾਂ ਦੇ ਉੱਤੇ ਬੜਾ ਮਾੜਾ ਪੈਂਦਾ ਹਾਲ ਦੀ ਘੜੀ ਨਜ਼ਰ ਆ ਰਿਹਾ ਹੈ। ਉਹ ਮਾੜਾ ਇਸ ਕਰਕੇ ਨਜ਼ਰ ਆ ਰਿਹਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਕੇਂਦਰ ਸਰਕਾਰ ਕਮਿਸ਼ਨ ਏਜੰਟ ਦਾ ਕੰਮ ਕਰ ਰਹੀ ਹੈ। ਹੁਣ ਇਹਨੂੰ ਲੋਕ ਕਿਵੇਂ ਲੈਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਤਾਂ ਸਮਾਂ ਹੀ ਦੱਸੇਗਾ। ਪਰ ਜਿੱਥੋਂ ਤੱਕ ਗੱਲ ਇਹ ਹੈ ਕਿ ਇਹਦੇ ਨਾਲ ਕਸ਼ਮੀਰ ਦੀ ਡਿਵੈਲਪਮੈਂਟ ਹੋਏਗੀ ਜਾਂ ਇੰਡਸਟਰੀ ਆਏਗੀ, ਇਹ ਪਹਿਲਾਂ ਕਿਹੜਾ ਹੈ ਨਹੀਂ ਸੀ, ਪਹਿਲਾਂ ਵੀ ਆ ਹੀ ਰਹੀ ਸੀ। ਇਹਦੇ 'ਚ ਨਵਾਂ ਕੀ ਹੈ ਐਕਸੈਪਟ ਇਸ ਗੱਲ ਤੋਂ ਕਿ ਹੁਣ ਜਿਹੜਾ ਕੋਈ ਕਾਰਪੋਰੇਟ ਘਰਾਣੇ ਨੇ ਬਾਹਰਲੇ, ਉਹ ਉੱਥੇ ਜਾ ਕੇ ਜ਼ਮੀਨ ਖਰੀਦ ਕੇ ਆਪਣਾ ਇਹ ਕਰ ਸਕਦੇ ਨੇ, ਆਪਣਾ ਇੰਡਸਟਰੀ ਲਾ ਸਕਦੇ ਨੇ, ਹਸਪਤਾਲ ਖੋਲ੍ਹ ਸਕਦੇ ਨੇ, ਐਜੂਕੇਸ਼ਨ ਇੰਸਟੀਟਿਊਸ਼ਨ ਖੋਲ੍ਹ ਸਕਦੇ ਨੇ। ਜਿੰਨੀ ਦੇਰ ਤੱਕ ਧਾਰਾ 370 ਲਾਗੂ ਸੀ, 35A ਲਾਗੂ ਸੀਗੀ, ਉਦੋਂ ਤੱਕ ਕੋਈ ਬਾਹਰਲਾ ਵਿਅਕਤੀ ਜਾ ਕੇ ਉੱਥੇ ਜ਼ਮੀਨ ਨਹੀਂ ਸੀ ਖਰੀਦ ਸਕਦਾ। ਸਿਰਫ ਤੇ ਸਿਰਫ ਜਿਹੜੇ ਜੰਮੂ ਕਸ਼ਮੀਰ ਦੇ ਨਾਗਰਿਕ ਸੀਗੇ ਉਹਨਾਂ ਨੂੰ ਹੀ ਇਸ ਗੱਲ ਦਾ ਹੱਕ ਪ੍ਰਾਪਤ ਸੀਗਾ। ਪਰ ਹੁਣ ਇਸ ਦੇ ਨਾਲ ਜਿਹੜੀ ਖੁੱਲ੍ਹ ਮਿਲ ਗਈ ਹੈ ਸਭ ਨੂੰ ਕਿ ਉਹ ਉੱਥੇ ਜਾ ਕੇ ਜ਼ਮੀਨ ਖਰੀਦ ਸਕਦੇ ਆ, ਆਪਣਾ ਘਰ ਵੀ ਬਣਾ ਸਕਦੇ ਆ, ਔਰ ਨਾਲ ਦੀ ਨਾਲ ਜਿਸ ਤਰ੍ਹਾਂ ਉਹਨਾਂ ਲਈ ਅੱਗੇ ਨੌਕਰੀਆਂ ਰਾਖਵੀਆਂ ਸੀਗੀਆਂ 35A ਦੇ ਤਹਿਤ, ਉਹ ਨੌਕਰੀਆਂ ਵੀ ਹੁਣ ਉਸ ਤਰ੍ਹਾਂ ਰਾਖਵੀਆਂ ਨਹੀਂ ਰਹੀਆਂ। ਉਹਦੇ ਵਿੱਚ ਵੀ ਜਿਹੜੀ ਹੈ ਅੱਗੇ ਤੋਂ ਤਬਦੀਲੀ ਵਾਪਰ ਗਈ। ਹੋਰ ਵੀ ਲੋਕ ਉੱਥੇ ਜਿਹੜੇ ਹੈ ਉਹਦੇ ਵਿੱਚ ਭਾਗ ਲੈ ਸਕਦੇ, ਉਹ ਨੌਕਰੀਆਂ ਦੇ ਵਿੱਚ ਜਾ ਸਕਦੇ ਆ। ਔਰ ਨਾਲ ਦੀ ਨਾਲ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਉੱਥੇ ਇਹ ਸਾਰੀ ਖੁੱਲ੍ਹ ਮਿਲ ਰਹੀ ਹੈ, ਉਹਦੇ ਨਾਲ ਉੱਥੇ ਕਿੰਨੇ ਲੋਕ ਜਾਂਦੇ ਆ, ਕੀ ਆਇਆ ਉੱਥੋਂ ਆਬਾਦੀ ਦਾ ਤਵਾਜ਼ਨ ਬਦਲਦਾ ਜਾਂ ਨਹੀਂ ਬਦਲਦਾ, ਇਹ ਤਾਂ ਅੱਗੇ ਹੀ ਪਤਾ ਲੱਗੇਗਾ। ਪਰ ਇਹ ਜ਼ਰੂਰ ਹੈ ਕਿ ਉੱਥੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ, ਜਿਹੜੇ ਲੋਕ ਇਸ ਗੱਲ ਹੀ ਸੀਗੇ ਕਿ ਸਾਡਾ ਇੱਕ ਵਿਸ਼ੇਸ਼ ਰੁਤਬਾ ਹੈ ਜਿਹਦੇ ਤਹਿਤ ਉਹਨਾਂ ਕੋਲੇ ਵਿਸ਼ੇਸ਼ ਅਧਿਕਾਰ ਹੈ, ਭਾਵੇਂ ਕਿ ਜਿਹੜਾ ਸਾਡਾ ਸੰਵਿਧਾਨ ਹੈ ਉਸ ਦੀਆਂ ਜਿਹੜੀਆਂ ਬਹੁਤੀਆਂ ਸੰਸਥਾਵਾਂ ਸੀਗੀਆਂ ਉਹਨਾਂ ਦੇ ਸਾਰੇ ਫੈਸਲੇ ਹੀ ਉੱਥੇ ਹੂਬਹੂ ਲਾਗੂ ਹੁੰਦੇ ਸੀ। ਕੁਛ ਹੀ ਸੀਗੇ ਜਿਹੜੇ ਉਹਨਾਂ ਨੂੰ ਜਿਹੜਾ ਕੰਸਟੀਟਿਊਸ਼ਨ ਉਹਨਾਂ ਦਾ ਵੱਖਰਾ ਸੀ, ਝੰਡਾ ਵੱਖਰਾ ਸੀ, ਉਹ ਅਧਿਕਾਰ ਉਹਨਾਂ ਨੂੰ ਮਿਲੇ ਹੋਏ ਸੀਗੇ। ਪਰ ਉਹਦੇ ਵਿੱਚ ਇਹ ਨਹੀਂ ਸੀਗਾ, ਤੁਹਾਡਾ ਜਿਹੜਾ ਇਲੈਕਸ਼ਨ ਕਮਿਸ਼ਨ ਸੀ ਭਾਰਤ ਦਾ, ਉਹਦੇ ਜਿਹੜੇ ਆਦੇਸ਼ ਸੀ ਉੱਦਾਂ ਹੀ ਲਾਗੂ ਹੁੰਦੇ ਸੀ, ਸੁਪਰੀਮ ਕੋਰਟ ਦੇ ਆਦੇਸ਼ ਉੱਦਾਂ ਹੀ ਲਾਗੂ ਹੁੰਦੇ ਸੀ, ਬਾਕੀ ਜਿਹੜੇ ਪਾਰਲੀਮੈਂਟ ਫੈਸਲੇ ਕਰਦੀ ਸੀ ਉਹ ਕਾਨੂੰਨ ਉੱਥੇ ਲਾਗੂ ਹੁੰਦੇ ਸੀ। ਤੇ ਹੁਣ ਜਿਸ ਤਰ੍ਹਾਂ ਇਹ ਚਰਨਜੀਤ ਜੀ ਬਣੀ ਹੈਗੀ ਆ, ਉੱਥੇ ਇਹਨਾਂ ਨੇ ਆਪਣਾ ਵੱਖਰਾ ਗੱਠਜੋੜ ਬਣਾ ਕੇ ਗੁਪਕਾਰ ਐਲਾਨਨਾਮਾ ਐਲਾਨਿਆ ਹੈਗਾ, ਉਹਦੇ ਤੋਂ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਜਿਹੜਾ ਕੇਂਦਰ ਤੇ ਜੰਮੂ ਕਸ਼ਮੀਰ ਬਨਾਮ ਜਿਹੜੀ ਹੈ ਉਹ ਟੱਕਰ ਹੋਰ ਵਧਣ ਵੱਲ ਅੱਗੇ ਜਾਏਗੀ? ਬਿਲਕੁਲ ਸਹੀ ਕਿਹਾ ਜੀ ਤੁਸੀਂ ਜੰਡੂ ਸਾਹਿਬ। ਐਕਚੁਅਲੀ ਜਿਹੜੀ ਮੇਨ ਗੱਲ ਹੈ ਕਿ ਇਹ ਕਸ਼ਮੀਰੀਅਤ ਦਾ ਤੇ ਕਸ਼ਮੀਰੀ ਆਇਡੈਂਟੀਟੀ ਦਾ ਸਵਾਲ ਸੀਗਾ। ਸੰਕਟ ਉਹ ਹੈ, ਉਹ ਸੰਕਟ ਉਹ ਹੈ। ਉਹ ਸੰਕਟ ਦੇਖੋ, ਪਿਛਲੇ ਜਦੋਂ ਤੋਂ ਅਸੀਂ ਆਜ਼ਾਦੀ ਲਈ ਹੈ ਕਸ਼ਮੀਰ ਹਿੰਦੁਸਤਾਨ ਦਾ ਹੀ ਹਿੱਸਾ ਰਿਹਾ ਪ੍ਰੈਕਟੀਕਲੀ। ਸਾਰੇ ਕਾਨੂੰਨ ਵੀ ਲਾਗੂ ਰਹੇ ਨੇ, ਸਾਰਾ ਕੁਝ ਤੁਸੀਂ ਜਿਵੇਂ ਦੱਸਿਆ ਕਿ ਕਸ਼ਮੀਰ ਦੇ ਵਿੱਚ ਉਹੀ ਲਾਗੂ ਸੀ ਐਕਸੈਪਟ ਉਹਦੀ ਆਇਡੈਂਟੀਟੀ ਦੇ, ਉਹਦੇ ਕਲਚਰ, ਝੰਡੇ ਦੇ, ਉਹਦੇ ਕਲਚਰ ਦੇ ਉੱਤੇ। ਤੇ ਜਿਹੜੀ ਹੁਣ ਅਸੀਮੀਲੇਸ਼ਨ ਦੀ ਗੱਲ ਚੱਲੀ ਹੈ ਜਾਂ ਜੋ ਪ੍ਰਚਾਰੀ ਗਈ ਸੀ ਜੀ ਕਿ ਅਸੀਂ ਇਹ ਟੀਚਾ ਹਾਸਲ ਕਰਨਾ ਹੈ, ਉਹਨੇ ਬੇਸਿਕਲੀ ਕਸ਼ਮੀਰੀਅਤ ਦੇ ਉੱਤੇ ਤੇ ਕਸ਼ਮੀਰੀ ਆਇਡੈਂਟੀਟੀ ਦੇ ਉੱਤੇ ਸੱਟ ਮਾਰੀ ਹੈ। ਅਰੇ ਜਿਹੜਾ ਮੁੜ ਕੇ ਗੁਪਕਾਰ ਅਲਾਇੰਸ ਬਣਿਆ ਉਹ ਕਸ਼ਮੀਰੀ ਸਵੈਮਾਨ ਦਾ ਤੇ ਕਸ਼ਮੀਰੀ ਆਇਡੈਂਟੀਟੀ ਨੂੰ ਮੁੜ ਕੇ ਬਿਲਕੁਲ ਠੀਕ ਦਿਖਾਉਣ ਦਾ ਜਿਹੜਾ ਹੈਗਾ ਇੱਕ ਨਵੀਂ ਸ਼ੁਰੂਆਤ ਹੈ। ਔਰ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ ਕਿ ਕਿਸੇ ਵੀ ਕੌਮ ਦੀ ਐਡੀ ਜਲਦੀ ਆਇਡੈਂਟੀਟੀ ਮਿਟਦੀ ਵੀ ਨਹੀਂ ਹੁੰਦੀ। ਔਰ ਇੱਕ ਲੰਮਾ ਇਤਿਹਾਸ ਰਿਹਾ, ਉਸ ਨੂੰ ਤੁਸੀਂ ਸਿਰਫ
ਇੱਕ ਵਰਤਾਰੇ ਨਾਲ ਹੀ ਉਹਨੂੰ ਕਹਿ ਦਿਓ ਕਿ ਅਸੀਂ ਅਸਿਮੀਲੇਟ ਕਰ ਲਿਆ ਜਾਂ ਖਤਮ ਹੋ ਗਿਆ, ਇਹਦੇ ਕੋਈ ਬਾਹਲੇ ਫਾਇਦੇ ਨਹੀਂ ਹੋਣੇ, ਸਗੋਂ ਇਹਦਾ ਨੁਕਸਾਨ ਹੋਣ ਦੀ ਵੱਧ ਸੰਭਾਵਨਾ ਹੈ। ਜਿਹੜੇ ਕਸ਼ਮੀਰੀਆਂ ਦੇ ਇੰਟਰਸਟ ਹਿੰਦੁਸਤਾਨ ਨਾਲ ਜੁੜੇ ਹੋਏ ਸੀ, ਉਹ ਕੰਮ ਕਰਨ ਲਈ ਇੱਥੇ ਆਉਂਦੇ ਸੀ ਅਤੇ ਹਿੰਦੁਸਤਾਨ ਦਾ ਪਾਰਟ ਹੀ ਸੀ, ਉਹ ਸਗੋਂ ਉਸ ਇੰਟਰਸਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੱਟ ਲੱਗਣ ਦੀ ਹੈ। ਕਿਉਂਕਿ ਜਦੋਂ ਐਜੀਟੇਸ਼ਨ ਹੋਣੀ ਹੈ, ਉਸ ਐਜੀਟੇਸ਼ਨ ਦਾ ਫਾਇਦਾ ਕਿਸੇ ਨੂੰ ਵੀ ਨਹੀਂ ਹੋਣਾ, ਨਾ ਇੰਡਸਟਰੀ ਨੂੰ ਹੋਣਾ, ਨਾ ਕਸ਼ਮੀਰ ਨੂੰ ਹੋਣਾ, ਨਾ ਬਾਕੀ ਦੇ ਸਾਡੇ ਮੁਲਕ ਨੂੰ ਹੋਣਾ। ਸੋ ਇਸ ਲਈ ਜ਼ਰੂਰੀ ਇਹ ਸੀਗਾ ਕਿ ਉੱਥੇ ਦੇ ਹਾਲਾਤ ਜਿਹੜੇ ਨੇ ਉਹ ਨੋਰਮਲ ਰਹਿੰਦੇ ਤਾਂ ਕਿ ਇੰਡਸਟਰੀ ਡਿਵੈਲਪ ਕਰ ਸਕੇ। ਪਰ ਉਹ ਜਿਹੜੇ ਹਾਲਾਤ ਨੋਰਮਲ ਬਣਾਉਣ ਦੀ ਗੱਲ ਸੀਗੀ, ਉਹ ਤਾਂ ਹੀ ਹੈ ਜੇ ਤੁਸੀਂ ਕਸ਼ਮੀਰੀਆਂ ਨੂੰ ਆਪਣਾ ਸਮਝੋ ਅਤੇ ਕਸ਼ਮੀਰੀ ਆਇਡੈਂਟੀਟੀ ਦਾ ਖਿਆਲ ਰੱਖੋ, ਉਹਦੇ ਸਵੈਮਾਨ ਨੂੰ ਸੱਟ ਨਾ ਮਾਰਦੇ ਹੋਏ ਵੀ ਡਿਵੈਲਪਮੈਂਟ ਵੱਲ ਲਿਜਾਇਆ ਜਾ ਸਕਦਾ ਸੀ। ਉਹਦੇ ਵਿੱਚ ਵੈਸੇ ਵੀ ਅਸੀਂ ਦੇਖਦੇ ਹਾਂ ਚਰਨਜੀਤ ਜੀ, ਜਿਹੜਾ ਪਿਛਲਾ ਸਮਾਂ ਲੰਘਿਆ ਹੈਗਾ, ਉਹ ਸਾਰੇ ਦੇ ਵਿੱਚ ਜਿਹੜੇ ਆਪਾਂ ਤੁਸੀਂ ਨਾਂ ਲਿਆ ਫਾਰਕ ਅਬਦੁੱਲਾ ਹੋਣਾ ਦਾ, ਜਿਹੜੇ ਪ੍ਰਧਾਨ ਵੀ ਨੇ ਨੈਸ਼ਨਲ ਕਾਨਫਰੰਸ ਦੇ, ਜਿਹੜੀ PDP ਦੀ ਮੁਖੀਆ ਮਹਿਬੂਬਾ ਮੁਫਤੀ, ਔਰ ਦੂਸਰੇ ਜਿਹੜੇ ਆਗੂ ਨੇ ਤਾਰਾ ਗਾਮੀਆਂ ਜਿਹੜੇ CPM ਦੇ, ਇਹ ਸਾਰੇ ਉਹ ਆਗੂ ਹੈ ਜਿਹੜੇ ਬਕਾਇਦਾ ਜਿਨ੍ਹਾਂ ਨੇ ਸਰਕਾਰਾਂ ਦੀ ਅਗਵਾਈ ਕੀਤੀ ਹੈ। ਫਾਰਕ ਅਬਦੁੱਲਾ ਔਰ ਉਮਰ ਅਬਦੁੱਲਾ ਤਾਂ ਕੇਂਦਰ ਵਿੱਚ ਵੀ ਮੰਤਰੀ ਰਹੇ ਹੈ, ਔਰ ਉਹ ਹਮੇਸ਼ਾ ਹੀ ਹਿੰਦੁਸਤਾਨ ਦੇ ਸੰਵਿਧਾਨ ਦੀ, ਹਿੰਦੁਸਤਾਨ ਦੇ ਰਾਸ਼ਟਰੀ ਤਿਰੰਗੇ ਝੰਡੇ ਦੀ, ਔਰ ਹਮੇਸ਼ਾ ਹੀ ਜੋ ਦੇਸ਼ ਦੇ ਹਿੱਤ 'ਚ ਹੁੰਦਾ ਸੀਗਾ, ਜਦੋਂ ਵੀ ਲੜਾਈਆਂ ਹੋਈਆਂ ਤਾਂ ਉਹ ਦੇਸ਼ ਦੇ ਹਿੱਤ ਦੇ ਨਾਲ ਡਟ ਕੇ ਖੜੇ। ਪਰ ਹੁਣ ਉਹਨਾਂ ਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਾਡੇ ਤੇ ਇਸ ਤਰ੍ਹਾਂ ਦੀ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਆ, ਸਾਡੇ ਭਰੋਸੇ ਉੱਤੇ ਜਿਹੜਾ ਸ਼ੰਕਾ ਕੀਤੀ ਜਾ ਰਹੀ ਹੈ, ਤਾਂ ਉਹ ਵੀ ਇੱਕ ਗੱਲ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਹੁਣ ਉਮਰ ਅਬਦੁੱਲਾ ਦੀ ਗੱਲ ਕੀਤੀ ਆ, ਉਮਰ ਅਬਦੁੱਲਾ ਹੁਣੀ ਵੀ ਕੇਂਦਰ 'ਚ ਮੰਤਰੀ ਰਹੇ ਆ, ਬੜਾ ਲੰਮਾ ਸਮਾਂ ਉਹਨਾਂ ਨੇ ਕੀਤਾ। ਇਸ ਤਰ੍ਹਾਂ ਹੀ ਮਹਿਬੂਬਾ ਮੁਫਤੀ ਦੇ ਫਾਦਰ ਵੀ ਸ਼ਹੀਦ ਜਿਹੜੇ ਸੀਗੇ ਮੁਹੰਮਦ ਸ਼ਹੀਦ, ਉਹ ਵੀ ਇੱਥੇ ਕੇਂਦਰ 'ਚ ਮੰਤਰੀ ਰਹੇ, ਗ੍ਰਹਿ ਮੰਤਰੀ ਰਹੇ ਬਲਕਿ। ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਗੱਲ ਵੀ ਜਾ ਰਹੀ ਹੈ ਕਿ ਜਿਹੜੇ ਮੁੱਖ ਧਾਰਾ ਦੇ ਵਿੱਚ ਸ਼ਾਮਲ ਸੀਗੇ, ਸਾਡੀ ਕੌਮੀ ਮੁੱਖ ਧਾਰਾ ਦੇ ਵਿੱਚ ਲੀਡਰ, ਇਹਦੇ ਨਾਲ ਉਹ ਵੀ ਜਿਹੜੇ ਮੁੱਖ ਧਾਰਾ ਤੋਂ ਪਾਸੇ ਹੋ ਕੇ ਖੜੇ ਆ। ਫਾਰਕ ਅਬਦੁੱਲਾ ਹੋਣੀ ਤਾਂ ਇੱਥੋਂ ਤੱਕ ਕਹਿਣ ਤੇ ਚਲੇ ਗਏ ਕਿ ਅਸੀਂ 370 ਧਾਰਾ ਦੁਆਰਾ ਬਹਾਲ ਕਰਾਉਣ ਲਈ ਜੇ ਚੀਨ ਤੋਂ ਮਦਦ ਲੈਣ ਦੀ ਲੋੜ ਪਈ ਤਾਂ ਲਵਾਂਗੇ। ਤਾਂ ਜਿਹੜੀ ਹੁਣ ਸਥਿਤੀ ਸਰਹੱਦ 'ਤੇ ਬਣੀ ਹੋਈ ਹੈ, ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਫਿਰ ਨਾਲ ਜਿਸ ਤਰ੍ਹਾਂ ਲਦਾਖ ਦੇ ਬਾਰੇ ਚੀਨ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਬਕਾਇਦਾ ਕਿ ਲਦਾਖ ਨੂੰ ਜਿਸ ਤਰ੍ਹਾਂ ਉਸ ਧਾਰਾ 370 ਤੋਂ ਵੱਖ ਕੀਤਾ ਗਿਆ, ਇਹ 3 ਧਿਰੀ ਇੱਕ ਸਮਝੌਤਾ ਸੀ ਜਿਸ ਤੋਂ ਇਹ ਸਾਰਾ ਕੁਝ ਬਾਹਰ ਆ ਕੇ ਵੱਖਰਾ ਕੀਤਾ। ਇਸ ਕਰਕੇ ਅਸੀਂ ਇਸ ਨੂੰ ਮਾਨਤਾ ਨਹੀਂ ਦਿੰਦੇ। ਚਰਨਜੀਤ ਜੀ, ਆਪਾਂ ਇਹ ਗੱਲ ਨੂੰ ਆਪਣੀ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ। ਹੁਣ ਇੱਥੇ ਸਾਡਾ ਬ੍ਰੇਕ ਦਾ ਟਾਈਮ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।